ਖੁਸ਼ਵੰਤ ਸਿੰਘ ਦੀ ਪੁਸਤਕ ਸਿੱਖ ਇਤਿਹਾਸ ਭਾਗ ਦੂਜਾ ਦਾ ਦੂਸਰਾ ਭਾਗ ਪੰਜਾਬ ਦਾ ਅੰਗਰੇਜ਼ੀ ਰਾਜ ਵਿੱਚ ਸ਼ਾਮਲ ਹੋਣਾ। ਕਾਂਡ 7 ਜਲ ਸ਼ਕਤੀ। ਵਿਦਰੋਹ ਤੋਂ ਮਗਰੋਂ ਸਰਕਾਰ ਨੇ ਮਾਰੂਥਲ ਨੂੰ ਸੁਧਾਰ ਕੇ ਉਪਜਾਊ ਬਣਾਉਣ ਤੇ ਮੁਲਕ ਵਿੱਚ ਰੇਲਵੇ ਮਾਰਗ ਤੇ ਸੜਕਾਂ ਦਾ ਜਾਲ ਵਿਛਾਉਣ ਦਾ ਕੰਮ ਮੁੜ ਸ਼ੁਰੂ ਕੀਤਾ। ਹਸਲੀ ਨਹਿਰ ਦਾ ਵਿਸਥਾਰ ਕੀਤਾ ਗਿਆ। ਰਾਵੀ ਜਦੋਂ ਮੈਦਾਨ ਵਿੱਚ ਦਾਖਲ ਹੁੰਦੀ ਹੈ, ਉਸ ਥਾਂ ਤੋਂ ਹੀ ਇਸ ਨੂੰ ਵਰਤੋਂ ਵਿੱਚ ਲਿਆਉਣ ਦਾ ਕਾਰਜ ਸ਼ੁਰੂ ਕੀਤਾ ਗਿਆ ਤੇ ਇਸ ਵਿੱਚੋਂ ਇੱਕ ਨਹਿਰ ਕੱਢੀ ਗਈ ਜੋ ਅੰਮ੍ਰਿਤਸਰ ਤੇ ਲਾਹੌਰ ਦੇ ਜ਼ਿਲ੍ਹਿਆਂ ਤੋਂ ਪਾਰ ਜਾ ਕੇ ਮੁਲਤਾਨ ਦੇ ਉੱਪਰੋਂ ਫਿਰ ਮੁੱਖ ਨਦੀ ਵਿੱਚ ਜਾ ਪੈਂਦੀ ਸੀ। ਇਹ ਕਾਰਜ 1861 ਵਿੱਚ ਮੁਕੰਮਲ ਹੋਇਆ ਤੇ ਨਹਿਰ ਅਪਰਬਾਰੀ ਦੁਆਬ ਕਰਕੇ ਪ੍ਰਸਿੱਧ ਹੋਈ। 10 ਸਾਲ ਮਗਰੋਂ ਜਮਨਾ ਦਰਿਆ ਵਿੱਚੋਂ ਵੀ ਉਸ ਤਰ੍ਹਾਂ ਨਹਿਰ ਕੱਢੀ ਗਈ। ਪੱਛਮੀ ਜਮਨਾ ਨਹਿਰ ਅੰਬਾਲਾ, ਕਰਨਾਲ, ਹਿਸਾਰ ਤੇ ਰੋਹਤਕ ਦੇ ਦੱਖਣੀ ਜ਼ਿਲ੍ਹਿਆਂ ਦੀ ਸਿੰਚਾਈ ਕਰਦੀ ਸੀ। 1886 ਤੋਂ 88 ਦੇ ਸਾਲਾਂ ਵਿੱਚ ਮੁਲਤਾਨ ਦੇ ਇਰਦ-ਗਿਰਦ ਦੇ ਮਾਰੂਥਲ ਨੂੰ ਸੋਧ ਕੇ ਉਪਜਾਊ ਬਣਾਉਣ ਦੀ ਕੋਸ਼ਿਸ਼ ਕੀਤੀ ਗਈ। ਸਤਲੁਜ ਦਰਿਆ ਤੋਂ ਪਾਣੀ ਲੈ ਕੇ 1,77,000 ਬੰਜਰ ਭੂਮੀ ਵਾਹੀ ਯੋਗ ਬਣਾਈ ਗਈ। ਇਹ ਤਜਰਬਾ ਸਫਲ ਨਾ ਹੋਇਆ ਕਿਉਂਕਿ ਇਹ ਨਹਿਰ 12 ਮਹੀਨੇ ਪਾਣੀ ਨਹੀਂ ਦੇ ਸਕਦੀ ਸੀ। ਮੁਲਤਾਨ ਵਿੱਚ ਕੀਤੀ ਗਲਤੀ ਦਾ ਇੰਜੀਨੀਅਰਾਂ ਤੇ ਨਵੇਂ ਆਬਾਦਕਾਰਾਂ ਦੋਹਾਂ ਨੇ ਉਸ ਸਮੇਂ ਲਾਭ ਉਠਾਇਆ ਜਦੋਂ 4 ਸਾਲ ਮਗਰੋਂ 1892 ਵਿੱਚ 10 ਲੱਖ ਏਕੜ ਭੂਮੀ ਦੀ ਚਨਾਬ ਚੋਂ ਨਹਿਰ ਕੱਢ ਕੇ ਸਿੰਚਾਈ ਕੀਤੀ ਗਈ। ਚਨਾਬ ਕਲੋਨੀ ਦੀ ਸਫਲਤਾ ਮਗਰੋਂ ਉਸੇ ਤਰ੍ਹਾਂ ਦੀ ਹੀ ਸਫਲਤਾ ਮਗਰੋਂ 1892 ਤੇ 1897 ਵਿੱਚ ਜੇਹਲਮ ਦਰਿਆ ਦੇ ਪਾਣੀ ਨਾਲ ਸ਼ਾਹਪੁਰ ਥਲ ਦੀ ਸਿੰਚਾਈ ਕਰਕੇ ਪ੍ਰਾਪਤ ਹੋਈ। ਸਭ ਸਿੰਚਾਈ ਯੋਜਨਾਵਾਂ ਤੋਂ ਵਧੇਰੇ ਦਲੇਰੀ ਭਰਿਆ ਕਾਰਜ 1905 ਵਿੱਚ ਸ਼ੁਰੂ ਕੀਤੀ ਗਈ ਤੀਹਰੀ ਸਿੰਚਾਈ ਯੋਜਨਾ ਸੀ ਜੋ 12 ਵਰ੍ਹੇ ਮਗਰੋਂ ਪੂਰੀ ਕੀਤੀ ਗਈ। ਇਸ ਯੋਜਨਾ ਦੀ ਵਿਉਂਤ ਮੁੱਖ ਰੂਪ ਵਿੱਚ ਸਰ ਰਾਬਰਟ ਦੇ ਨਾਮ ਤੇ ਕਾਇਮ ਕੀਤੇ ਜ਼ਿਲ੍ਹਾ ਮਿੰਟਗੁਮਰੀ ਨੂੰ ਪਾਣੀ ਦੇਣ ਲਈ ਕੀਤੀ ਗਈ ਸੀ। ਕਿਉਂਕਿ ਰਾਵੀ ਦਾ ਪਾਣੀ ਪਹਿਲਾਂ ਹੀ ਅਪਰਬਾਰੀ ਦੁਆਬ ਨਹਿਰ ਲਈ ਵਰਤ ਲਿਆ ਗਿਆ ਸੀ ਤੇ ਇਸ ਵਿੱਚ ਫਾਲਤੂ ਪਾਣੀ ਨਹੀਂ ਸੀ। ਯੋਜਨਾ ਇਹ ਬਣਾਈ ਗਈ ਕਿ ਰਾਵੀ ਵਿੱਚ ਜੇਹਲਮ ਤੇ ਚਨਾਬ ਦਰਿਆਵਾਂ ਦਾ ਪਾਣੀ ਮਿਲਾ ਕੇ ਪਾਇਆ ਜਾਵੇ, ਫਿਰ ਮਿੰਟਗੁਮਰੀ ਜ਼ਿਲ੍ਹੇ ਲਈ ਇਹ ਪਾਣੀ ਵਰਤ ਲਿਆ ਜਾਵੇ। ਆਖਰ ਜੇਹਲਮ ਨਹਿਰ ਜੇਹਲਮ ਦੇ ਪਾਣੀ ਨਾਲ ਚੱਜ ਦੁਆਬ ਦੀ 3,50,000 ਏਕੜ ਭੂਮੀ ਦੀ ਸਿੰਚਾਈ ਕਰਨ ਪਿੱਛੋਂ ਦਰਿਆ ਚਨਾਬ ਵਿੱਚ ਜਾ ਡਿੱਗਦੀ ਸੀ। ਫਿਰ ਚਨਾਬ ਚੋਂ ਅਪਰ ਚਨਾਬ ਨਹਿਰ ਨਿਕਲਦੀ ਸੀ ਤੇ ਉਹ ਰਚਨਾ ਦੁਆਬ ਦੇ ਗੁਜਰਾਂਵਾਲਾ ਤੇ ਸ਼ੇਖੂਪੁਰਾ ਦੀ 6.5 ਲੱਖ ਏਕੜ ਭੂਮੀ ਦੀ ਸਿੰਚਾਈ ਕਰਦੀ ਸੀ ਤੇ ਫਿਰ ਰਾਵੀ ਉੱਪਰ ਦੀ 550 ਗਜ਼ ਦਾ ਬੰਨ੍ਹ ਲਾ ਕੇ ਪੱਧਰੇ ਲਾਂਘੇ ਰਾਹੀਂ ਪਾਣੀ ਦੂਸਰੇ ਪਾਸੇ ਪਹੁੰਚਾਇਆ ਜਾਂਦਾ ਸੀ। ਇਹ ਤੀਹਰੀ ਜਲ ਯੋਜਨਾ ਦਾ ਤੀਸਰਾ ਹਿੱਸਾ ਲੋਅਰ ਬਾਰੀ ਦੁਆਬ ਉੱਥੋਂ ਨਿਕਲ ਕੇ ਮਿੰਟਗੁਮਰੀ ਜ਼ਿਲ੍ਹੇ ਵਿੱਚੋਂ ਮੁਲਤਾਨ ਜ਼ਿਲ੍ਹੇ ਵਿੱਚ 134 ਮੀਲ ਜਾ ਕੇ ਫਿਰ ਰਾਵੀ ਵਿੱਚ ਜਾ ਪੈਂਦੀ ਸੀ। ਇਹਨਾਂ ਨਹਿਰਾਂ ਦੀ ਖੁਦਾਈ ਦੇ ਨਾਲ ਹੀ ਮਾਰੂਥਲਾਂ ਦੀ ਭੂਮੀ ਦਾ ਵੱਡੇ ਪੱਧਰ ਤੇ ਪੁਨਰਵਾਸ ਕਰਨ ਦਾ ਕਾਰਜ ਸ਼ੁਰੂ ਹੋ ਗਿਆ। ਉਸ ਸਮੇਂ ਤੱਕ ਦੁਆਬੇ ਬੇਮਿਸਾਲ ਉਜਾੜ ਤੇ ਵੀਰਾਨ ਦ੍ਰਿਸ਼ ਸਨ। ਮੀਲਾਂ ਤੱਕ ਖੁਸ਼ਕ ਤੇ ਬੰਜਰ ਬਿਆਬਾਨ ਧਰਤੀ ਸੀ। ਕਿਤੇ-ਕਿਤੇ ਜੰਗਲੀ ਝਾੜੀਆਂ ਤੇ ਛੋਟੇ-ਛੋਟੇ ਦਰਖਤ ਸਨ, ਪਰ ਉਹਨਾਂ ਵਿੱਚ ਜ਼ਿੰਦਗੀ ਦੀ ਕੋਈ ਧੜਕਣ ਨਹੀਂ ਸੀ। ਇੱਥੋਂ ਦੇ ਦੁਆਬਿਆਂ ਦੇ ਮੂਲ ਵਾਸੀਆਂ ਨੂੰ, ਜੋ ਆਮ ਤੌਰ ਤੇ ਪਸ਼ੂ ਚਾਰਨ ਵਾਲਾ ਖਾਨਾ ਬਦੋਸ਼ ਸਨ, ਉਹਨਾਂ ਨੂੰ ਪਿੰਡਾਂ ਵਿੱਚ ਵਸਣ ਤੇ ਕਾਨੂੰਨ ਪੱਖੋਂ ਉਚਿਤ ਕਿੱਤਿਆਂ ਵਿੱਚ ਆਪਣੀ ਤਾਕਤ ਵਰਤਣ ਲਈ ਮਜਬੂਰ ਕਰ ਦਿੱਤਾ ਗਿਆ। ਸਿੱਖਾਂ ਲਈ ਜੋ ਖੇਤਰ ਵਿਸ਼ੇਸ਼ ਤੌਰ ਤੇ ਚੁਣਿਆ ਗਿਆ ਉਸ ਨੂੰ ਨੀਲੀ ਬਾਰ ਕਿਹਾ ਜਾਂਦਾ ਸੀ ਤੇ ਉਸ ਦੀ ਸਿੰਚਾਈ ਚਨਾਬ ਦੀਆਂ ਨਹਿਰਾਂ ਨਾਲ ਕੀਤੀ ਜਾਂਦੀ ਸੀ। ਨੌਆਬਾਦਕਾਰੀ ਅਫਸਰਾਂ ਨੇ ਵਧੀਆ ਕਿਸਾਨਾਂ ਦੀ ਚੋਣ ਕਰਨ ਲਈ ਅੰਮ੍ਰਿਤਸਰ, ਲੁਧਿਆਣਾ ਤੇ ਫਿਰੋਜ਼ਪੁਰ ਜ਼ਿਲ੍ਹਿਆਂ ਵਿੱਚ ਨੱਠ ਭੱਜ ਕੀਤੀ। ਨੌਆਬਦਕਾਰਾਂ ਦੇ 3 ਵਰਗ ਬਣਾਏ ਗਏ। ਸਭ ਤੋਂ ਹੇਠਾਂ ਉਹ ਸਧਾਰਨ ਕਿਸਾਨ ਸਨ ਜਿਨ੍ਹਾਂ ਨੂੰ 14 ਤੋਂ 16 ਏਕੜ ਜ਼ਮੀਨ ਮੁਫਤ ਦਿੱਤੀ ਗਈ। ਅਗਲਾ ਵਰਗ ਉਹਨਾਂ ਜ਼ਿਮੀਂਦਾਰਾਂ ਦਾ ਸੀ ਜਿਨ੍ਹਾਂ ਨੂੰ 111 ਤੋਂ 139 ਏਕੜ ਜ਼ਮੀਨ ਪ੍ਰਤੀ ਏਕੜ 6 ਤੋਂ 9 ਰੁਪਏ ਨਜ਼ਰਾਨਾ ਲੈ ਕੇ ਦਿੱਤੀ ਗਈ। ਸਭ ਤੋਂ ਉੱਪਰਲਾ ਵਰਗ ਸਰਮਾਏਦਾਰਾਂ ਦਾ ਸੀ ਜਿਨ੍ਹਾਂ ਨੂੰ 167 ਤੋਂ 556 ਏਕੜ ਭੂਮੀ 10 ਰੁਪਏ ਤੋਂ 20 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਦਿੱਤੀ ਗਈ। ਨੌਆਬਾਦਕਾਰਾਂ ਨੂੰ ਜੱਦੀ ਪੁਸ਼ਤੀ ਤੇ ਪੱਕੇ ਵਿਰਾਸਤ ਦੇ ਹੱਕ ਦਿੱਤੇ ਗਏ। ਬਹੁ ਗਿਣਤੀ ਮਾਝੇ ਦੇ ਸਿੱਖ ਆਬਾਦਕਾਰਾਂ ਦੀ ਸੀ ਤੇ ਵਿੱਚ ਟਾਵੇਂ ਗੈਰ ਜੱਟ ਕਾਸ਼ਤਕਾਰ ਜਾਤੀਆਂ ਜਿਵੇਂ ਕੰਬੋ, ਲੁਬਾਣਿਆਂ ਤੇ ਮਜ਼੍ਹਬੀਆਂ ਵਿੱਚੋਂ ਸਨ। ਆਬਾਦਕਾਰ ਬੜੇ ਉਤਸ਼ਾਹ ਤੇ ਜੋਸ਼ ਨਾਲ ਆਪਣੇ ਕੰਮ ਵਿੱਚ ਰੁੱਝ ਗਏ। ਜਿੱਥੇ ਦੂਰ-ਦੂਰ ਪੀਲੀ ਰੇਤ ਫੈਲੀ ਹੋਈ ਸੀ, ਹੁਣ ਉਸ ਥਾਂ ਤੇ 2 ਕੁ ਸਾਲਾਂ ਵਿੱਚ ਹੱਸਦਾ-ਵਸਦਾ ਇਲਾਕਾ ਪਿੰਡਾਂ ਤੇ ਅਨਾਜ ਦੇ ਖੇਤੀ ਤੇ ਫਸਲਾਂ ਨਾਲ ਭਰਪੂਰ ਸੀ।
ਫੌਜ ਲਈ ਘੋੜਿਆਂ ਤੇ ਖੱਚਰਾਂ ਦੀ ਭਰਤੀ ਲਈ ਘੋੜਾ ਫਾਰਮ ਬਣਾਏ ਗਏ ਤੇ ਮਗਰੋਂ ਪਸ਼ੂਆਂ ਦੀ ਨਸਲ ਸੁਧਾਰ ਦੇ ਕੇਂਦਰ ਸਥਾਪਿਤ ਕੀਤੇ ਗਏ। ਨਵੀਆਂ ਜ਼ਮੀਨਾਂ ਵਿੱਚੋਂ ਫਸਲ ਸੂਬੇ ਦੀਆਂ ਲੋੜਾਂ ਤੋਂ ਵੀ ਵੱਧ ਪੈਦਾ ਹੋਈ ਤੇ ਪਹਿਲੀ ਫਸਲ ਤਾਂ ਗੋਦਾਮਾਂ ਵਿੱਚ ਸੜਦੀ ਰਹੀ। ਫਿਰ ਰੇਲਾਂ ਤੇ ਸਹਾਇਕ ਸੜਕਾਂ ਬਣਾਉਣ ਲਈ ਤੇਜ਼ੀ ਨਾਲ ਕੰਮ ਸ਼ੁਰੂ ਕੀਤਾ ਗਿਆ। ਇਸ ਪਾਸੇ 1861 ਵਿੱਚ ਲਾਹੌਰ ਨੂੰ ਅੰਮ੍ਰਿਤਸਰ ਨਾਲ ਰੇਲ ਰਾਹੀਂ ਜੋੜਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ। ਅਗਲੇ 30 ਸਾਲਾਂ ਵਿੱਚ ਸੂਬੇ ਵਿੱਚ ਰੇਲਵੇ ਲਾਈਨਾਂ ਦਾ ਜਾਲ ਵਿਛਾ ਕੇ ਨਹਿਰੀ ਨਵਾਬਾਦੀਆਂ ਨੂੰ ਭਾਰਤ ਦੇ ਸ਼ਹਿਰਾਂ ਨਾਲ ਜੋੜ ਦਿੱਤਾ ਗਿਆ। ਕਣਕ, ਕਪਾਹ ਤੇ ਤਿਲ ਦੇ ਬੀਜ ਨਿਰਯਾਤ ਲਈ ਰੇਲ ਰਾਹੀਂ ਬੰਬਈ ਤੇ ਕਰਾਚੀ ਭੇਜੇ ਗਏ ਤੇ ਇਕੱਲੀ ਕਣਕ ਦਾ ਭੰਡਾਰ ਹੀ 10 ਲੱਖ ਟਨ ਸਾਲਾਨਾ ਹੋ ਗਿਆ। ਜ਼ਮੀਨ ਦੀ ਕੀਮਤ ਜੋ ਪੰਜਾਬ ਉੱਪਰ ਕਬਜ਼ੇ ਸਮੇਂ 10 ਰੁਪਏ ਪ੍ਰਤੀ ਏਕੜ ਸੀ, ਇਹ ਹੁਣ ਨਵੀਆਂ ਆਬਾਦ ਥਾਵਾਂ ਤੇ ਪ੍ਰਤੀ ਏਕੜ 400 ਰੁਪਏ ਪ੍ਰਤੀ ਏਕੜ ਹੋ ਗਈ। ਪੰਜਾਬੀ ਭਾਰਤ ਦੇ ਸਭ ਤੋਂ ਖੁਸ਼ਹਾਲ ਕਿਸਾਨ ਬਣ ਗਏ ਤੇ ਪੰਜਾਬੀਆਂ ਵਿੱਚੋਂ ਸਿੱਖ ਸਭ ਤੋਂ ਜ਼ਿਆਦਾ ਅਮੀਰ ਹੋ ਗਏ। ਨਹਿਰਾਂ ਕੱਢੇ ਜਾਣ ਨਾਲ ਖੁਸ਼ਹਾਲੀ ਆਈ ਤੇ ਸਿੱਖਾਂ ਪ੍ਰਤੀ ਸਾਮਰਾਜੀ ਸੈਨਾ ਵਿੱਚ ਭਰਤੀ ਵਿੱਚ ਤਰਜੀਹ ਤੇ ਸਤਿਕਾਰ ਦੀ ਭਾਵਨਾ ਕਾਰਨ ਸਿੱਖ ਸਮਾਜ ਦੇ ਭਵਿੱਖ ਤੇ ਜ਼ਾਤ-ਪਾਤ ਦੇ ਢਾਂਚੇ ਤੇ ਪ੍ਰਭਾਵ ਪਿਆ। ਸਿੱਖ ਹੋਣ ਕਰਕੇ ਮਿਲੇ ਆਰਥਿਕ ਲਾਭਾਂ ਕਾਰਨ ਸਿੱਖ ਧਰਮ ਦਾ ਹਿੰਦੂ ਧਰਮ ਵਿੱਚ ਮੁੜ ਪਰਤ ਜਾਣ ਤੇ ਸਿੱਖਾਂ ਦੇ ਵਿਡੰਬਨ ਨੂੰ ਠੱਲ ਪੈ ਗਈ। ਇਸ ਦੇ ਉਲਟ 19ਵੀਂ ਸਦੀ ਦੇ ਆਖਰੀ ਦਹਾਕੇ ਤੇ 20ਵੀਂ ਸਦੀ ਦੇ ਪਹਿਲੇ ਦਹਾਕੇ ਵਿੱਚ ਸਿੱਖਾਂ ਦੀ ਗਿਣਤੀ ਵਿੱਚ ਅਸਚਰਜਤਾ ਭਰਪੂਰ ਵਾਧਾ ਹੋਇਆ। ਇਹ ਜ਼ਿਆਦਾ ਕਰਕੇ ਸਰਕਾਰੀ ਸਰਪ੍ਰਸਤੀ ਕਾਰਨ ਸੀ, ਜਿਸ ਅਨੁਸਾਰ ਫੌਜ ਵਿੱਚ ਸਿੱਖਾਂ ਲਈ ਨੌਕਰੀਆਂ ਰਾਖਵੀਆਂ ਕੀਤੀਆਂ ਗਈਆਂ ਤੇ ਮਗਰੋਂ ਇਹ ਸਿਵਲ ਪ੍ਰਸ਼ਾਸਨ ਵਿੱਚ ਵੀ ਸਿਰਫ ਕੇਸਧਾਰੀ ਖਾਲਸੇ ਲਈ ਰਾਖਵੀਆਂ ਰੱਖੀਆਂ ਗਈਆਂ। ਇਸ ਸਰਪ੍ਰਸਤੀ ਨੇ ਸਿੰਘ ਸਭਾ ਲਹਿਰ ਜਾਂ ਧਰਮ ਸ਼ੁੱਧੀ ਜਾਂ ਧਰਮ ਬਦਲਣ ਦੀ ਲਹਿਰ ਦਾ ਰਾਹ ਪੱਧਰਾ ਕਰ ਦਿੱਤਾ। ਇਸ ਤਰ੍ਹਾਂ ਲਾਰਡ ਡਲਹੌਜ਼ੀ ਵੱਲੋਂ ਸਿੱਖ ਧਰਮ ਦੇ ਅਲੋਪ ਹੋ ਜਾਣ ਦੀ ਗਮਗੀਨੀ ਵਾਲੀ ਭਵਿੱਖਬਾਣੀ ਨੂੰ ਡਲਹੌਜ਼ੀ ਵੱਲੋਂ ਸ਼ੁਰੂ ਕੀਤੀਆਂ ਗਈਆਂ ਨੀਤੀਆਂ, ਸੈਨਾਪਤੀਆਂ ਤੇ ਪੰਜਾਬ ਦੇ ਪ੍ਰਬੰਧਕਾਂ ਨੇ ਠੱਲ ਪਾਈ ਤੇ ਉਹਦੀ ਹਵਾ ਕੱਢ ਦਿੱਤੀ। ਸਾਮਰਾਜੀ ਸੈਨਾ ਵਿੱਚ ਸਿੱਖਾਂ ਦਾ ਅਨੁਪਾਤ ਉਹਨਾਂ ਦੀ ਗਿਣਤੀ ਤੇ ਵਸੋਂ ਦੇ ਮੁਕਾਬਲੇ ਅਣਉਚਿਤ ਤੇ ਜ਼ਿਆਦਾ ਸੀ। ਪੰਜਾਬ ਵਿੱਚੋਂ ਫੌਜੀਆਂ ਦੀ ਕੁੱਲ ਗਿਣਤੀ ਜੋ ਸਦੀ ਦੇ ਅੰਤ ਤੱਕ 42,560 ਸੀ, 20,060 ਮੁਸਲਮਾਨ, 11,612 ਹਿੰਦੂ ਤੇ 10,867 ਸਿੱਖ ਸਨ। ਪੰਜਾਬ ਦੀਆਂ ਰਿਆਸਤਾਂ ਵਿੱਚ ਇਹਨਾਂ ਤੋਂ ਵੱਖਰੇ 4,122 ਸਿੱਖ ਫੌਜੀ ਸਨ। ਦੂਸਰੇ ਸ਼ਬਦਾਂ ਵਿੱਚ ਸਿੱਖ ਜੋ ਪੰਜਾਬ ਦੀ ਵਸੋਂ ਦਾ 12% ਤੋਂ ਕੁਝ ਹੀ ਜ਼ਿਆਦਾ ਸਨ, ਉਹਨਾਂ ਦੀ ਫੌਜ ਵਿੱਚ ਗਿਣਤੀ 25% ਦੇ ਲਗਭਗ ਸੀ। ਸਿੱਖ ਸੈਨਿਕਾਂ ਵਿੱਚੋਂ ਵਧੇਰੇ ਗਿਣਤੀ ਜੱਟ ਸਿੱਖਾਂ ਦੀ ਸੀ, ਜੋ ਸਾਮਰਾਜੀ ਸੈਨਾ ਵਿੱਚ 6,666 ਤੇ ਦੇਸੀ ਰਿਆਸਤਾਂ ਵਿੱਚ 1,845 ਸੀ। ਜੱਟਾਂ ਤੋਂ ਪਿੱਛੋਂ ਮਜ਼੍ਹਬੀ ਆਉਂਦੇ ਸਨ, ਜਿਨ੍ਹਾਂ ਦੀ ਗਿਣਤੀ 1,626 ਸੀ। ਜੱਟਾਂ ਪ੍ਰਤੀ ਤਰਜੀਹ ਕਾਰਨ ਉਹਨਾਂ ਦਾ ਜ਼ਾਤ ਵਰਗ ਸਭ ਤੋਂ ਉੱਪਰ ਤੇ ਉੱਚਾ ਸਥਾਪਿਤ ਹੋ ਗਿਆ। ਸਿੱਖਾਂ ਦਾ ਜ਼ਾਤ-ਪਾਤ ਦੇ ਵਰਗਾਂ ਵਿੱਚ ਉੱਪਰ ਵੱਲ ਗਤੀਸ਼ੀਲਤਾ ਤਾਂ ਗੁਰੂ ਗੋਬਿੰਦ ਸਿੰਘ ਦੇ ਸਮੇਂ ਤੋਂ ਹੀ ਸ਼ੁਰੂ ਹੋ ਗਈ ਸੀ, ਜਦੋਂ ਅੰਮ੍ਰਿਤਧਾਰੀ ਤੇ ਕੇਸਾਧਾਰੀ ਜੱਟ ਸਿੱਖ ਹੀ ਸਨ, ਜਿਨ੍ਹਾਂ ਕਰਕੇ ਸਿੱਖ ਰਾਜਸੀ ਸ਼ਕਤੀ ਦੇ ਮਾਲਕ ਬਣੇ ਤੇ ਇਸ ਦੇ ਫਲਸਰੂਪ ਹੀ ਉਹ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਭੂਮੀ ਦੇ ਮਾਲਕ, ਜਾਗੀਰਦਾਰ ਤੇ ਸਰਦਾਰ ਬਣੇ। ਅੰਗਰੇਜ਼ੀ ਰਾਜ ਸਮੇਂ ਵੀ ਜੱਟਾਂ ਦਾ ਸਿੱਖਾਂ ਵਿੱਚ ਪ੍ਰਮੁੱਖ ਦਰਜਾ ਬਣਿਆ ਰਿਹਾ ਤੇ ਉਹ ਬ੍ਰਾਹਮਣਾਂ ਤੇ ਕਸ਼ੱਤਰੀਆਂ, ਜਿਨ੍ਹਾਂ ਵਿੱਚ ਸਿੱਖ ਗੁਰੂ ਸਾਹਿਬਾਨ ਦਾ ਜਨਮ ਹੋਇਆ, ਤੇ ਵੈਸ਼ਾਂ ਨਾਲੋਂ ਵੀ ਵਧੇਰੇ ਸਤਿਕਾਰਯੋਗ ਬਣ ਗਏ ਸਨ। ਇਹ ਦਰਜਾ ਮੁਸਲਮਾਨਾਂ ਤੇ ਹਿੰਦੂ ਜਾਟਾਂ ਨੂੰ ਆਪਣੇ ਆਪਣੇ ਧਰਮ ਸੰਗਠਨਾਂ ਤੇ ਸਮਾਜ ਵਿੱਚ ਪ੍ਰਾਪਤ ਨਹੀਂ ਹੋਇਆ ਸੀ। ਇਸ ਤਰ੍ਹਾਂ ਹੀ ਤਰੱਕੀ ਮਜ਼ਹਬੀਆਂ ਤੇ ਰੰਗਰੇਟੇ ਸਿੱਖਾਂ ਨੇ ਵੀ ਕੀਤੀ ਤੇ ਇਹ ਵੀ ਫੌਜ ਵਿੱਚ ਭਰਤੀ ਹੋਣ ਕਰਕੇ ਤੇ ਜ਼ਮੀਨਾਂ ਪ੍ਰਾਪਤ ਹੋਣ ਕਰਕੇ ਹੀ ਸੰਭਵ ਹੋਈ। ਪਰੰਪਰਾ ਤੋਂ ਬਿਨਾਂ ਉਹਨਾਂ ਜਾਤਾਂ ਦਾ ਅਪਮਾਨ ਇਸ ਕਰਕੇ ਵੀ ਵਧੇਰੇ ਸੀ ਕਿਉਂਕਿ ਉਹਨਾਂ ਨੇ ਚੂਹੜ-ਪੁਣੇ ਤੇ ਚਮਾਰ-ਪੁਣੇ ਦੇ ਕਿੱਤੇ ਅਪਣਾਏ ਹੋਏ ਸਨ, ਭਾਵ ਉਹ ਗੰਧ ਢੋਂਦੇ ਤੇ ਮਰੇ ਪਸ਼ੂਆਂ ਦਾ ਚੰਮ ਲਾਉਂਦੇ ਸਨ। ਰੁਜ਼ਗਾਰ ਦੇ ਨਵੇਂ ਸਾਧਨ ਮਿਲਣ ਕਾਰਨ ਇਹਨਾਂ ਜਾਤੀਆਂ ਦੇ ਬਹੁਤ ਸਾਰੇ ਲੋਕਾਂ ਨੇ ਆਪਣੇ ਪੁਸ਼ਤੈਨੀ ਕਿੱਤੇ ਛੱਡ ਦਿੱਤੇ ਸਨ ਤੇ ਉਹ ਜਾਂ ਤਾਂ ਫੌਜ ਵਿੱਚ ਭਰਤੀ ਹੋ ਗਏ ਸਨ ਜਾਂ ਕਿਸਾਨ ਬਣ ਗਏ ਸਨ। ਭਾਵੇਂ ਉਹ ਪੂਰੀ ਤਰ੍ਹਾਂ ਨੀਵੀਂ ਜਾਤੀ ਦਾ ਕਲੰਕ ਮਿਟਾਉਣ ਵਿੱਚ ਸਫਲਤਾ ਨਾ ਹੋਈ, ਪਰੰਤੂ ਉਹਨਾਂ ਨੂੰ ਸਿੱਖ ਸਮਾਜ ਹਿੰਦੂਆਂ ਤੇ ਮੁਸਲਮਾਨਾਂ ਵਿਚਲੇ ਅਛੂਤਾਂ ਨਾਲੋਂ ਵਧੇਰੇ ਚੰਗੀ ਤੇ ਆਦਰਯੋਗ ਥਾਂ ਲੈਣ ਵਿੱਚ ਸਫਲਤਾ ਮਿਲ ਗਈ। ਬਾਕੀ ਅਗਲੇ ਹਿੱਸੇ ਵਿੱਚ।